किसानी बिल ਜਿਹੜੇ ਖੇਤੀ ਆਰਡੀਨੈਂਸ ਨੇ ਉਹ ਕਾਨੂੰਨ ਬਣ ਚੁੱਕੇ ਨੇ। ਕਿਸਾਨ ਭਰੋਸੇ ਵਿੱਚ ਨਹੀਂ ਆ ਰਹੇ, ਕਾਰਨ ਕੀ ਹੈ? ਬੀਜੇਪੀ ਭਰੋਸੇ ਵਿੱਚ ਕਿਉਂ ਨਹੀਂ ਲੈ ਪਾ ਰਹੀ? ਜਦੋਂ ਇਹ ਆਰਡੀਨੈਂਸ ਆਏ ਜੀ ਬਿੱਲ ਬਣੇ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਕਿਸੇ ਨੇ ਸਮਝਾਇਆ ਨਹੀਂ ਜੀ, ਔਰ ਖਾਸ ਕਰਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਇਹਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ। ਚੰਨੀ ਸਾਹਿਬ, ਕੈਪਟਨ ਸਾਹਿਬ ਨੇ 31 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਚਰਚਾ ਕੀਤੀ ਹੈ, ਬਹਿ ਕੇ ਉਹਨਾਂ ਨਾਲ ਗੱਲਬਾਤ ਕੀਤੀ। ਇਦਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਅਗਲੇ ਸਮੇਂ ਦੇ ਵਿੱਚ ਕੋਈ ਚਰਚਾ ਕਰ ਸਕਦੇ ਨੇ ਜਾਂ ਕਰਨੀ ਚਾਹੀਦੀ ਹੈ ਉਹਨਾਂ ਨੂੰ? ਜਿਹੜੀ ਬੀਜੇਪੀ ਪਾਰਟੀ ਹੈ ਉਹ ਕੋਈ ਮਹਿਲਾਂ ਦੀ ਪਾਰਟੀ ਨਹੀਂ, ਉਹ ਕੋਈ ਬਾਹਰਲੇ ਬਸਿੰਦਿਆਂ ਦੀ ਪਾਰਟੀ ਨਹੀਂ ਹੈਗੀ ਵੀ ਜਿਨ੍ਹਾਂ ਨੂੰ ਸਮਝ ਨਹੀਂ ਹੈ, ਔਰ ਉਹ ਕਾਡਰ ਬੇਸ ਪਾਰਟੀ ਹੈ ਔਰ ਉਹ ਬਹੁਤ ਹਰੇਕ ਲੀਡਰ ਦਾ ਇੱਕ ਬਹੁਤ ਗਰੀਬ ਪਰਿਵਾਰ ਨਾਲ ਸੰਬੰਧ ਹੈ ਔਰ ਉਹ ਉੱਥੋਂ ਉੱਠ ਕੇ ਗਏ। ਉਹਨਾਂ ਨੇ ਲੋਕਾਂ ਦੀਆਂ ਕਹਾਣੀਆਂ ਨਹੀਂ ਸੁਣੀਆਂ। ਤੇ ਅੱਜ ਜੇ ਅਕਾਲੀ ਦਲ ਛੱਡ ਗਿਆ ਕਿ ਅਗਲੇ ਟਾਈਮ ਦੇ ਵਿੱਚ ਫੇਰ ਅਕਾਲੀ ਦਲ ਦੇ ਨਾਲ ਕੋਈ ਭਾਈਵਾਲੀ ਹੋ ਸਕਦੀ ਹੈ? ਐਨਡੀਏ ਦੇ ਵਿੱਚ ਅਕਾਲੀ ਦਲ ਆ ਸਕਦਾ ਹੈ ਕਿ ਜਿਹੜਾ ਹੁਣ ਮੁੜ ਕੇ ਕਦੇ ਨਹੀਂ ਨਾਲ ਲੈਣਗੇ ਭਾਜਪਾ ਵਾਲੇ? ਨਹੀਂ, ਅਸੀਂ ਤਾਂ ਕੱਢੇ ਨਹੀਂ, ਆਪੇ ਗਏ ਜੇ ਜੀ ਕਰੂਗਾ। ਚੰਨੀ ਸਾਹਿਬ, ਐਮਐਸਪੀ ਮਿਲਦਾ ਕਹਿੰਦੇ ਜਿਹੜਾ ਆਪਣਾ ਮੱਕੀ ਤੇ ਕਪਾਹ ਦੇ ਉੱਤੇ ਉਹ ਵੀ ਨਹੀਂ ਪੂਰਾ ਮਿਲਦਾ, ਉਹ ਵੀ ਕਿਸਾਨਾਂ ਨੂੰ ਜਿਹੜਾ ਮੰਡੀਆਂ 'ਚ ਰੁਲਣਾ ਪੈਂਦਾ ਉਹਦੇ ਉੱਤੇ ਤਾਂ ਕਹਿੰਦੇ ਮਿਲਦਾ ਨਹੀਂ, ਤੇ ਇਹਦਾ ਤਾਂ ਤੁਸੀਂ ਭਰੋਸਾ ਵੀ ਨਹੀਂ ਲਿਖਤੀ ਬਿੱਲ ਦੇ ਵਿੱਚ ਕਿਉਂ ਨਹੀਂ ਪਾਉਂਦੇ ਇਸ ਚੀਜ਼ ਨੂੰ? ਦੇਖੋ, ਇਹ ਜਿਹੜਾ ਐਮਐਸਪੀ ਹੈਗੀ ਹੈ ਇਹ 1966 ਤੋਂ ਲਾਗੂ ਹੈ ਔਰ ਇਹ ਇੱਕ ਐਡਮਿਨਿਸਟ੍ਰੇਟਿਵ ਆਰਡਰ ਦੇ ਨਾਲ ਚੱਲ ਰਹੀ ਔਰ ਇਹ ਜਿਹੜੀ 66 ਤੋਂ ਤੁਸੀਂ ਦੇਖ ਲਓ ਵੀ 50 ਸਾਲਾਂ ਤੋਂ ਉੱਪਰ ਹੋ ਗਈ। ਜੇ ਉਹ ਚੱਲ ਰਹੀ ਹੈ ਤਾਂ ਚੱਲੀ ਜਾਏਗੀ, ਉਹਦੇ 'ਚ ਕੋਈ ਚੱਕਰ ਨਹੀਂ ਹੈਗਾ। ਮਤਲਬ ਅੱਛਾ, ਫਿਰ ਇਹ ਕਹਿੰਦੇ ਅਸੀਂ ਨਹੀਂ ਇਹ ਪਾਉਂਦੇ ਨਹੀਂ, ਤੇ ਇਹਨਾਂ ਦੀ ਸਰਕਾਰ ਰਹੀ ਹੈ 2004 ਤੋਂ 14 ਤੱਕ। ਪੰਜਾਬ ਦੇ ਵਿੱਚ ਕਿਸਾਨੀ ਮੋਰਚੇ ਨੂੰ ਲੈ ਕੇ ਜੋ ਭਾਜਪਾ ਤੇ ਅਕਾਲੀ ਦਲ ਦੇ ਵਿੱਚ ਦੂਰੀਆਂ ਬਣੀਆਂ ਹੋਈਆਂ ਨੇ, ਅਕਾਲੀ ਦਲ ਅਸਤੀਫਾ ਦੇ ਕੇ ਭਾਜਪਾ ਨੂੰ ਛੱਡ ਕੇ ਹੁਣ ਰੋਸ ਮੁਜ਼ਾਹਰੇ ਕਰ ਰਿਹਾ, ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਪੰਜਾਬ ਭਾਜਪਾ ਦੇ ਬੁਲਾਰੇ ਤੇ ਸਾਬਕਾ IAS SS ਚੰਨੀ ਜੀ ਮੌਜੂਦ ਨੇ। ਚੰਨੀ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰੰਜ ਚੈਨਲ ਪੰਜਾਬੀ ਤੇ। ਥੈਂਕ ਯੂ ਸੁਖਵਿੰਦਰ, ਮੇਰੇ ਵੱਲੋਂ ਤੁਹਾਨੂੰ ਵੀ ਤੇ ਤੁਹਾਡੇ ਸਰੋਤਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਚੰਨੀ ਸਾਹਿਬ, ਕਿਸਾਨੀ ਸੰਘਰਸ਼ ਜਿਹੜਾ ਉਹ ਪੂਰਾ ਸਿਖਰਾਂ ਤੇ ਹੈ। ਕਿਸਾਨੀ ਬਿੱਲ ਜਿਹੜੇ ਖੇਤੀ ਆਰਡੀਨੈਂਸ ਨੇ ਉਹ ਕਾਨੂੰਨ ਬਣ ਚੁੱਕੇ ਨੇ। ਕਿਸਾਨ ਭਰੋਸੇ ਵਿੱਚ ਨਹੀਂ ਆ ਰਹੇ, ਕਾਰਨ ਕੀ ਹੈ? ਬੀਜੇਪੀ ਭਰੋਸੇ ਵਿੱਚ ਕਿਉਂ ਨਹੀਂ ਲੈ ਪਾ ਰਹੀ? ਦੇਖੋ, ਹੁਣ ਤਾਂ ਅਸੀਂ ਬੀਜੇਪੀ ਵੱਲੋਂ ਵੀ ਇੱਕ ਕਮੇਟੀ ਬਣਾਈ ਹੈਗੀ ਹੈ 8 ਬੰਦਿਆਂ ਦੀ, ਔਰ ਉਹਨਾਂ ਨੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਕੇ ਆਪਣੇ ਅਸ਼ਵਨੀ ਸ਼ਰਮਾ ਜੀ ਪ੍ਰਧਾਨ ਨੂੰ ਰਿਪੋਰਟ ਦੇਣੀ ਹੈਗੀ ਹੈ ਜੀ। ਪ੍ਰੋਬਲਮ ਕੀ ਹੈਗੀ ਹੈ ਕਿ ਜਿਹੜੀ ਇਹ ਜਦੋਂ ਇਹ ਆਰਡੀਨੈਂਸ ਆਏ ਜੀ ਤੇ ਬਿੱਲ ਬਣੇ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਕਿਸੇ ਨੇ ਸਮਝਾਇਆ ਨਹੀਂ ਜੀ ਔਰ ਖਾਸ ਕਰਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਇਹਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ। ਜੀ। ਫਾਰ ਐਗਜ਼ਾਮਪਲ, ਜਿੰਨੀ ਪੰਜਾਬ ਦੀ ਜਿਹੜੀ ਕਾਂਗਰਸ ਹੈ ਸਰਕਾਰ ਹੈ ਘਿਰੀ ਹੋਈ ਸੀ ਵੱਖ-ਵੱਖ ਘੁਟਾਲਿਆਂ 'ਚ, ਚਾਹੇ ਉਹ ਐਕਸਾਈਜ਼ ਦਾ ਕਹਿੰਦੇ ਸੀ 5600 ਕਰੋੜ ਦਾ ਹੈਗਾ, ਜਾਂ ਫੈਕਟਰੀਆਂ ਫੜੀਆਂ ਗਈਆਂ, ਜਾਂ ਉਹ ਜ਼ਹਿਰੀਲੀ ਸ਼ਰਾਬ ਦੀ ਸੀਗੀ, ਜਾਂ ਸਕਾਲਰਸ਼ਿਪ ਵਾਲਾ ਸੀਗਾ ਜਿਹੜਾ ਪੋਸਟ ਮੈਟ੍ਰਿਕ, ਔਰ ਉਸ ਤੋਂ ਬਾਅਦ ਜਿਹੜਾ ਲੈਂਡ ਮਾਫੀਆ, ਰੇਤ ਮਾਫੀਆ, ਇਹ ਸਾਰਾ ਕੁਝ ਚੱਲ ਰਿਹਾ ਸੀਗਾ। ਫਿਰ ਇਹਨਾਂ ਦੀ ਮਿਸਮੈਨੇਜਮੈਂਟ ਜਿਹੜੀ ਕਰੋਨਾ ਦੀ ਸੀ ਉਹਦੇ ਵਿੱਚ ਵੀ ਜਿਹੜੀ ਮਤਲਬ ਅਜੇ ਵੀ ਫਰਟੀਲਿਟੀ ਰੇਟ ਨੈਸ਼ਨਲ ਨਾਲੋਂ ਡਬਲ ਹੈਗਾ ਪੰਜਾਬ ਦੇ ਵਿੱਚ, ਤੇ ਉਹਦੀ ਵੀ ਮਿਸਮੈਨੇਜਮੈਂਟ ਸੀ ਔਰ ਬੜੀਆਂ ਫਾਹਾਂ ਫੈਲ ਗਈਆਂ ਕਿ ਈਵਨ ਜਿਹੜੇ ਬਾਡੀ ਦੇ ਵਿੱਚੋਂ ਉਹਦਾ ਖੈਰ ਝੂਠੀਆਂ ਸੀਗੀਆਂ, ਔਰਗਨਸ ਵੀ ਕੱਢੇ ਜਾ ਰਹੇ ਨੇ। ਸੋ ਉਹ ਸਾਰੇ ਕੁਝ ਤੇ ਪਰਦਾ ਪਾਉਣ ਵਾਸਤੇ ਇਹ ਕਾਂਗਰਸ ਨੂੰ ਇੱਕ ਮਿਲ ਗਿਆ ਬਹਾਨਾ। ਹਾਲਾਂਕਿ ਜੇ ਇਹਨਾਂ ਦਾ ਖੁਦ ਦਾ ਤੁਸੀਂ ਮੈਨੀਫੈਸਟੋ ਦੇਖ ਲਓ, ਉਹ ਵੀ ਜਿਹੜਾ ਹੈਗਾ ਮਤਲਬ ਕਹਿੰਦਾ APMC ਐਕਟ ਤੋਂ ਅਸੀਂ ਪ੍ਰਾਈਵੇਟ ਯਾਰਡ, ਕਿਸਾਨ ਯਾਰਡ, ਈ ਮਾਰਕੀਟ, ਇੱਕ ਲਾਇਸੈਂਸ ਸਾਰੀ ਸਟੇਟ ਵਾਸਤੇ ਕੋਈ ਵੀ ਲੈ ਸਕਦਾ ਹੈ, ਉਹ ਹੈਗਾ। ਔਰ ਫਿਰ ਜਿਹੜੀ ਅਮੈਂਡਮੈਂਟ ਕੀਤੀ ਇਹਨਾਂ ਨੇ 2017 ਅਗਸਤ ਦੇ ਵਿੱਚ, ਉਹ ਜਿਹੜਾ ਐਕਟ ਦੇ ਵਿੱਚ ਅਮੈਂਡਮੈਂਟਸ ਨੇ ਉਹ ਹੋਰ ਵੀ ਲਿਬਰਲ ਨੇ ਤੇ ਜਨਰਸ ਨੇ,
ਉਹਦੇ ਨਾਲੋਂ ਜਿਹੜੀ ਆ ਜਿਹੜੇ ਐਕਟ ਹੈਗੇ ਨੇ। ਚੰਨੀ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਜਿਹੜਾ ਇਸ ਚੀਜ਼ ਦਾ ਮਤਲਬ ਕਿ ਇਹਦੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ। ਨਾਲੇ ਵਿਜੇ ਸਾਂਪਲਾ ਹੋਣੀ ਕਹਿੰਦੇ ਸੀ ਕਿ ਅਕਾਲੀ ਦਲ ਦੀ ਡਿਊਟੀ ਲਾਈ ਸੀ ਪੰਜਾਬ 'ਚ ਇਸ ਬਾਰੇ ਇਹਦੇ ਪੱਖ 'ਚ ਪ੍ਰਚਾਰ ਕਰਨ ਲਈ, ਪਰ ਅਕਾਲੀ ਦਲ ਜਿਹੜਾ ਪੂਰਾ ਨਹੀਂ ਉਤਰਿਆ, ਖਰਾ ਨਹੀਂ ਉਤਰਿਆ ਇਸ ਤੇ। ਇਹ ਗੱਲ ਠੀਕ ਹੈ, ਕਿਉਂਕਿ ਦੇਖੋ ਇਹ ਜਿਹੜਾ ਗੱਠਜੋੜ ਸੀਗਾ ਉਹਦੇ ਵਿੱਚ ਕਿਸਾਨੀ ਨੂੰ ਜਾਂ ਰੂਰਲ ਜਿਹੜੀ ਏਰੀਆ ਹੈਗਾ ਉਹਨੂੰ ਅਕਾਲੀ ਦਲ ਰਿਪਰੈਜ਼ੈਂਟ ਕਰਦਾ ਸੀ, ਜੋ ਸਮਝੌਤਾ ਵੀ ਚੱਲ ਰਿਹਾ ਸੀ ਜੀ। ਜਿਹਦੇ ਵਿੱਚ 94 ਸੀਟਾਂ ਤੇ ਅਕਾਲੀ ਦਲ ਲੜਦਾ ਸੀ, 23 ਸੀਟਾਂ ਤੇ ਬੀਜੇਪੀ ਲੜਦੀ ਸੀ। ਸੋ ਇਹਨਾਂ ਨੇ ਜ਼ਿੰਮੇਵਾਰੀ ਵੀ ਲਈ ਔਰ ਇਹਨਾਂ ਦਾ ਫਰਜ਼ ਵੀ ਬਣਦਾ ਸੀਗਾ। ਪਰ ਹੋਇਆ ਕਿ ਜਦੋਂ ਇਹ ਚੀਜ਼ ਦਾ ਫਾਇਦਾ ਆਪ ਨੇ ਠਾ ਲਿਆ, ਕਾਂਗਰਸ ਨੇ ਠਾ ਲਿਆ, ਤੇ ਅਕਾਲੀ ਦਲ, ਤੁਸੀਂ ਇੱਕ ਹਫ਼ਤਾ ਇਸ ਤੋਂ ਪਹਿਲਾਂ ਦੀ ਵੀਡੀਓ ਦੇਖ ਲਓ ਬੀਬਾ ਹਰਸਿਮਰਤ ਦੀ, ਉਹ ਕਹਿੰਦੀ ਹੈ ਕਿ ਇਹ ਕਾਨੂੰਨ ਬਹੁਤ ਅੱਛੇ ਬਣੇ ਨੇ। ਅੱਛਾ, ਫਿਰ ਸਾਰਿਆਂ ਨੇ ਕਿਹਾ, ਫਿਰ ਇਹਨਾਂ ਨੇ ਕਿਹਾ ਸਾਨੂੰ ਮਤਲਬ ਕਮਿਟਮੈਂਟ ਚਾਹੀਦੀ ਹੈ। ਫਿਰ ਤੋਮਰ ਸਾਹਿਬ ਦੀ ਜਿਹੜੀ ਜੂਨੀਅਰ ਐਗਰੀਕਲਚਰ ਮਿਨਿਸਟਰ ਨੇ, ਉਹਨਾਂ ਦੀ ਚਿੱਠੀ ਲਿਆਤੀ। ਫਿਰ ਪ੍ਰਾਈਮ ਮਿਨਿਸਟਰ ਨੇ ਵੀ ਕਹਿਤਾ, ਔਨ ਦਾ ਫਲੋਰ ਆਫ ਦਾ ਹਾਊਸ ਵੀ ਕਹਿਤਾ ਵੀ MSP ਸੀਗੀ, MSP ਹੈ, MSP ਰਹੇਗੀ। ਉਹ ਜ਼ਿੰਮੇਵਾਰੀ ਇਹ ਫਿਰ ਇਹ ਨਾ ਹੁਣ ਪੰਜਾਬ ਦੇ ਵਿੱਚ ਇੱਕ ਆਪਰਚੂਨਿਜ਼ਮ ਹੈ ਔਰ ਇੱਕ ਕੰਪਲਸ਼ਨ ਹੈਗੀ ਹੈ। ਉਹ ਅਕਾਲੀ ਦਲ ਦੀ ਕੰਪਲਸ਼ਨ ਬਣ ਗਈ ਵੀ ਜੇ ਅਸੀਂ ਇਹਨਾਂ ਨੂੰ ਗੱਠ ਜਿਹੜਾ ਤੋੜਨ ਦੀ ਕੰਪਲਸ਼ਨ ਬਣ ਗਈ ਕਿ ਕਿਤੇ ਜਿਹੜੀ ਕਿਸਾਨ ਦੀ ਵੋਟ ਹੈਗੀ ਹੈ ਉਹ ਅਸੀਂ ਉਹ ਸਾਡੇ ਹੱਥੋਂ ਨਾ ਨਿਕਲੇ। ਉਸ ਚੱਕਰ ਦੇ ਵਿੱਚ ਇਹਨਾਂ ਨੇ ਜਿਹੜਾ ਸੀਗਾ ਅਸਤੀਫਾ ਵੀ ਦਿੱਤਾ ਔਰ ਫਿਰ ਇਹਨਾਂ ਨੇ ਈਵਨ ਜਿਹੜਾ ਗੱਠ ਤੋੜ ਹੈ ਉਹ ਵੀ ਤੋੜਤਾ, ਜਿਹੜਾ ਕਿ ਵਾਜਪਾਈ ਸਾਹਿਬ ਵੇਲੇ ਦਾ ਬਣਿਆ ਹੋਇਆ ਹੈਗਾ। ਤੇ ਮਤਲਬ ਐਡੇ ਐਡੇ ਸਟਾਲਵਰਟ ਸੀ। ਬਾਦਲ ਸਾਹਿਬ ਦੀ ਤੁਸੀਂ ਵੀਡੀਓ ਦੇਖ ਲਓ, ਉਹਨਾਂ ਨੇ ਵੀ ਕਿਹਾ ਹੈਗਾ ਵੀ ਇਹ ਜਿਹੜੇ ਨਵੇਂ ਕਾਨੂੰਨ ਬਣੇ ਨੇ ਬਹੁਤ ਅੱਛੇ ਨੇ। ਔਰ ਇਹਨਾਂ ਵਿੱਚ ਸਿਰਫ ਸਮਝਣ ਦੀ ਲੋੜ ਹੈ। ਤੁਸੀਂ ਇਹ ਦੇਖੋ, ਮੈਂ ਇੱਕ ਦੋ ਹੋਰ ਜਗ੍ਹਾ ਤੇ ਵੀ ਕਿਹਾ ਵੀ ਕਿਹੜਾ ਇਹ ਕਾਨੂੰਨ ਚ ਕਿੱਥੇ ਲਿਖਿਆ ਹੈ ਵੀ ਕਿਸਾਨ ਨੇ ਆਪਦੀ ਜਿੰਸ ਮੰਡੀ ਚ ਨਹੀਂ ਵੇਚਣੀ, ਜਾਂ ਜਿਹੜੀ ਮੰਡੀ ਹੈ ਉਹ ਖਤਮ ਕਰਤੀ ਹੈ। ਜੇ ਕਿਸਾਨ ਇੰਨਾ ਮੰਡੀ ਨੂੰ ਪਿਆਰਾ ਹੈ ਔਰ ਉਹ 2.5-3% ਆੜ੍ਹਤੀਏ ਤੋਂ ਕਮਿਸ਼ਨ ਦਾ ਖੈਰ ਹੈ ਹੀ ਹੈ। ਪੰਜਾਬ ਦੇ ਵਿੱਚ ਸਭ ਤੋਂ ਵੱਧ ਟੈਕਸ ਹੈ, 8.5% ਹਿੰਦੁਸਤਾਨ ਚ। ਔਰ ਉਹ ਜੇ ਉਹਨੇ ਟੈਕਸ ਵੀ ਦੇਣਾ, ਸਭ ਕੁਛ ਕਰਨਾ ਹੈ, ਤੇ ਸਰਕਾਰ ਜਿਹੜੀ ਭਾਰਤ ਸਰਕਾਰ ਤਾਂ ਮਨਾ ਨਹੀਂ ਕਰ ਰਹੀ ਤੂੰ ਮੰਡੀ ਚ ਨਾ ਵੇਚ ਜਿੰਸ। ਅੱਛਾ, ਦੂਸਰੀ ਗੱਲ ਕਰਦੇ ਨੇ ਜੀ ਇਹ ਖੇਤੀ ਜ਼ਮੀਨਾਂ ਖੋਹ ਲੈਣਗੇ ਜੀ, ਇਹ ਕਰਜ਼ੇ ਲੈ ਲੈਣਗੇ। ਜੇ ਤੁਸੀਂ ਪੜੋਗੇ ਨਾ ਉਹਦੇ ਵਿੱਚ ਕੋਈ ਕਰਜ਼ਾ ਜੇ ਕੋਈ ਲਏਗਾ ਕੋਈ ਕਾਰਪੋਰੇਟ ਹਾਊਸ, ਤਾਂ ਉਹ ਜ਼ਮੀਨ ਦੇ ਉੱਪਰ ਨਹੀਂ ਆਏਗਾ, ਉਹ ਕਰਜ਼ੇ ਦੀ ਉਹਦੀ ਆਪਦੀ ਜ਼ਿੰਮੇਵਾਰੀ ਹੋਏਗੀ। ਦੂਜੀ ਗੱਲ ਇਹ ਤੁਸੀਂ ਦੇਖੋ, ਇਹ ਕਿੱਥੇ ਲਿਖਿਆ ਹੈਗਾ ਕਿ ਕਿਸਾਨ ਨੇ ਇਹ ਠੇਕੇ ਤੇ ਜ਼ਮੀਨ ਕਿਸੇ ਨੂੰ ਵੀ ਦੇਣੀ ਹੈ। ਜੇ ਤੁਹਾਨੂੰ ਆਪਦੀ ਜ਼ਮੀਨ ਚੰਗੀ ਲੱਗਦੀ ਹੈ, ਆਪਦੀ ਖੇਤੀ ਚੰਗੀ ਲੱਗਦੀ ਹੈ, ਤੁਹਾਨੂੰ ਉਹਦੀ ਆਮਦਨ ਜਿਹੜੀ ਹੈ ਉਹਦੇ ਤੇ ਤੁਸੀਂ ਸੈਟੀਸਫਾਈਡ ਆ, ਤੁਸੀਂ ਨਾ ਦਿਓ ਠੇਕੇ ਤੇ। ਮਤਲਬ ਇੱਕ ਵੀ ਜਗ੍ਹਾ ਤੇ ਕੋਈ ਪੈਰਲਲ ਸਿਸਟਮ ਬਣਾ, ਇੱਕ ਵਿਕਲਪ ਦਿੱਤਾ ਹੈ ਵੀ ਜੇ ਤੁਹਾਨੂੰ ਚੰਗਾ ਲੱਗਦਾ ਉਹਨੂੰ ਯੂਜ਼ ਕਰੋ, ਜੇ ਨਹੀਂ ਚੰਗਾ ਲੱਗਦਾ ਨਾ ਯੂਜ਼ ਕਰੋ। ਔਰ ਜਿਹੜਾ ਚੱਲ ਰਿਹਾ ਸਿਸਟਮ ਉਹਨੂੰ ਤਾਂ ਬੰਦ ਹੀ ਨਹੀਂ ਕੀਤਾ। ਨਾ ਮੰਡੀ ਬੰਦ ਕੀਤੀ ਹੈ, ਨਾ ਇਹਨਾਂ ਨੇ ਇਹ ਕਿਹਾ ਵੀ ਜਬਰਨ ਤੁਸੀਂ ਭਾਈ ਆਪ ਨਹੀਂ ਖੇਤੀ ਕਰਨੀ, ਤੁਸੀਂ ਠੇਕੇ ਤੇ ਦੇਣੀ ਹੈ ਜ਼ਮੀਨ ਕਿਸੇ ਨੂੰ। ਇਹ ਤਾਂ ਇਹ ਇੱਕ ਉਪਰਾਲਾ ਹੈਗਾ, ਆਪਾਂ ਕਹਿੰਦੇ ਵਨ ਨੇਸ਼ਨ ਵਨ ਮਾਰਕੀਟ। ਔਰ ਦੇਖੋ ਇਹ ਜਿਹੜਾ ਐਗਰੀਕਲਚਰ ਦੀ ਕਮੋਡਿਟੀਜ਼ ਨੇ ਇਹ ਸਾਰੀਆਂ ਪੈਰਿਸ਼ੇਬਲ ਨੇ, ਇਹਨਾਂ ਦੀ ਫਿਰ ਸੀਜ਼ਨਲ ਨੇ, ਫਿਰ ਇਹਨਾਂ ਦਾ ਸਾਈਕਲ ਹੈਗਾ। ਇਹਨਾਂ ਆਈ ਕ੍ਰੌਪ ਜਿਹੜੀ ਆਏ ਸਾਲ ਉਹ ਫਿਰ ਨਵੀਂ ਆ ਜਾਣੀ। ਮਤਲਬ ਇਹਦੀ ਜਿਹੜੀ ਲਾਈਫ ਹੈਗੀ ਹੈ ਉਹ ਮਤਲਬ ਜਦੋਂ ਨਵੀਂ ਕ੍ਰੌਪ ਆ ਜਾਂਦੀ ਹੈ ਤੇ ਪੁਰਾਣੀ ਕ੍ਰੌਪ ਜਿਹੜੀ ਆਪਾਂ ਖਰੀਦ ਕੇ ਰੱਖ ਲੈਂਦੇ ਆ, ਉਹਦੇ ਤੇ ਸਾਂਭ ਸੰਭਾਲ ਦਾ ਖਰਚਾ, ਗਡਾਊਨ ਦਾ ਰੈਂਟ ਪਾ ਲਓ, ਮੁਲਾਜ਼ਮਾਂ ਦੀ ਤਨਖਾਹਾਂ ਪਾ ਲਓ, ਫਿਊਮੀਗੇਸ਼ਨ ਪਾ ਲਓ, ਉਹ ਪੈ ਕੇ ਨਵੀਂ ਕ੍ਰੌਪ ਦੀ MSP ਉਨੀ ਨਹੀਂ ਹੁੰਦੀ, ਉਹ ਮਹਿੰਗੀ ਪੈ ਜਾਂਦੀ ਹੈ। ਉਹ ਮਹਿੰਗੀ ਹੋਣ ਕਰਕੇ ਉਹ ਮਾਰਕੀਟ ਦੇ ਵਿੱਚ ਨਹੀਂ ਉਹ ਵਿਕ ਸਕਦੀ, ਕਿਉਂਕਿ ਨਵੀਂ ਕ੍ਰੌਪ ਫਰੈਸ਼ ਆ ਜਾਂਦੀ ਹੈ। ਫਿਰ ਪੈਰਿਸ਼ੇਬਲ ਨੇ। ਇਹ ਹੁਣ ਤੁਸੀਂ ਆਪਣਾ ਜਿਹੜੀਆਂ ਫਰੂਟਸ ਨੇ, ਸਬਜ਼ੀਆਂ ਨੇ, ਹਿੰਦੁਸਤਾਨ ਦੇ ਵਿੱਚ 45% ਫਰੂਟਸ ਤੇ ਵੈਜੀਟੇਬਲ ਵੇਸਟ ਹੋ ਰਹੇ ਨੇ। ਜੇ ਆਪਾਂ ਇਹਨਾਂ ਨੂੰ ਪ੍ਰੋਸੈਸ ਕਰ ਲਈਏ ਤਾਂ ਇਹਨਾਂ ਦੀ ਜਿਹੜੀ ਸ਼ੈਲਫ ਲਾਈਫ ਹੈ ਉਹ ਤੇ ਲਿਖਿਆ ਹੁੰਦਾ ਕੋਈ 3 ਸਾਲ ਹੈ, ਕਿਸੇ ਦੀ 2 ਸਾਲ ਹੈ, ਉਹ ਵੱਧ ਜਾਂਦੀ ਹੈ।
ਫਿਰ ਉਹਦੀ ਅਸੀਂ ਵੈਲਿਊ ਐਡੀਸ਼ਨ ਕਰ ਲੈਂਦੇ ਹਾਂ। ਜੀ ਅਸੀਂ ਹੁਣ ਜਿਵੇਂ ਆਹ ਫਾਰ ਐਗਜ਼ਾਮਪਲ ਵਾਰ-ਵਾਰ ਹਰੇਕ ਬੰਦਾ ਜਾਣਦਾ ਜੀ। ਵੀ 2 ਰੁਪਏ ਕਿਲੋ ਅਸੀਂ ਆਲੂ ਦਿੰਦੇ ਹਾਂ ਔਰ 100 ਰੁਪਏ ਕਿਲੋ ਅਸੀਂ ਚਿਪਸ ਦਿੰਦੇ ਹਾਂ। ਹੂੰ ਮਤਲਬ ਇਹ ਜਿਹੜੀਆਂ ਚੀਜ਼ ਜਿੰਨੀ ਦੇਰ ਅਸੀਂ ਵੈਲਿਊ ਐਡੀਸ਼ਨ ਨਹੀਂ ਕਰਾਂਗੇ ਕਿਸੇ ਵੀ ਚੀਜ਼ ਦੇ ਵਿੱਚ ਓਨੀ ਦੇਰ ਅਸੀਂ ਕਿਸਾਨੀ ਦਾ ਭਲਾ ਨਹੀਂ ਹੋ ਸਕਦਾ। ਹੂੰ ਔਰ ਇਹ ਵੈਲਿਊ ਐਡੀਸ਼ਨ ਦੀਆਂ ਜਿਹੜੀਆਂ ਫੈਸਿਲਿਟੀਜ਼ ਨੇ ਛੋਟੀਆਂ ਛੋਟੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਸਾਡੀਆਂ, ਉਹ ਫਾਰਮਰ ਵੀ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਹੈਗਾ, ਉਹ ਆਪ ਵੀ ਕਰ ਸਕਦੇ ਨੇ। ਤੇ ਜੇ ਸਾਨੂੰ ਸਾਡਾ ਮੰਨ ਲਓ ਐਮਐਸਪੀ ਮੁੱਲ ਮਿਲ ਗਿਆ, ਹੂੰ। ਅਸੀਂ ਇਹੀ ਮੰਗਦੇ ਆ ਨਾ। ਔਰ ਐਮਐਸਪੀ ਮੁੱਲ ਔਰ ਜੇ ਤਾਂ ਚੰਨੀ ਜੇ ਸਾਹਿਬ, ਜਿਹੜਾ ਐਮਐਸਪੀ ਪ੍ਰੋਸੈਸ ਮੁੱਲ ਕਰੂਗਾ ਤਾਂ ਜੇ ਉਹਨੂੰ ਵੀ ਕਹਿੰਦੇ 4 ਪੈਸੇ ਬਚ ਜਾਣਗੇ ਜੀ। ਤਾਂ ਉਹਨੂੰ ਕੀ ਸਾਨੂੰ ਕੀ ਉਹਦਾ ਕੀ ਨੁਕਸਾਨ ਹੈ ਵੀ। ਚੰਨੀ ਸਾਹਿਬ, ਐਮਐਸਪੀ ਮੁੱਲ ਤਾਂ ਕਹਿੰਦੇ ਜਿਹੜਾ ਆਪਣਾ ਮੱਕੀ ਤੇ ਕਪਾਹ ਦੇ ਉੱਤੇ ਉਹ ਵੀ ਨਹੀਂ ਪੂਰਾ ਮਿਲਦਾ, ਉਹ ਵੀ ਕਿਸਾਨਾਂ ਨੂੰ ਜਿਹੜਾ ਮੰਡੀਆਂ 'ਚ ਰੁਲਣਾ ਪੈਂਦਾ ਹੈ, ਉਹਦੇ ਉੱਤੇ ਤਾਂ ਕਹਿੰਦੇ ਮਿਲਦਾ ਨਹੀਂ। ਤੇ ਇਹਦਾ ਤਾਂ ਤੁਸੀਂ ਭਰੋਸਾ ਵੀ ਨਹੀਂ, ਲਿਖਤੀ ਬਿੱਲ ਦੇ ਵਿੱਚ ਕਿਉਂ ਨਹੀਂ ਪਾਉਂਦੇ ਇਸ ਚੀਜ਼ ਨੂੰ? ਦੇਖੋ ਇਹ ਜਿਹੜਾ ਐਮਐਸਪੀ ਹੈਗੀ ਹੈ ਇਹ 1966 ਤੋਂ ਹੂੰ ਲਾਗੂ ਹੈ ਜੀ। ਔਰ ਇਹ ਇੱਕ ਐਡਮਿਨਿਸਟ੍ਰੇਟਿਵ ਆਰਡਰ ਦੇ ਨਾਲ ਚੱਲ ਰਹੀ। ਹੂੰ ਔਰ ਇਹ ਜਿਹੜੀ 66 ਤੋਂ ਤੁਸੀਂ ਦੇਖ ਲਓ ਵੀ 50 ਸਾਲਾਂ ਤੋਂ ਉੱਪਰ ਹੋ ਗਈ। ਹੂੰ ਜੇ ਉਹ ਚੱਲ ਰਹੀ ਹੈ ਤਾਂ ਚੱਲੀ ਜਾਏਗੀ, ਹੂੰ ਉਹਦੇ 'ਚ ਕੋਈ ਚੱਕਰ ਨਹੀਂ ਹੈਗਾ। ਮਤਲਬ ਅੱਛਾ ਫਿਰ ਇਹ ਕਹਿੰਦੇ ਅਸੀਂ ਨਹੀਂ ਇਹ ਪਾਉਂਦੇ ਨਹੀਂ, ਤੇ ਇਹਨਾਂ ਦੀ ਸਰਕਾਰ ਰਹੀ ਹੈ 2004 ਤੋਂ 14 ਤੱਕ, ਇਹ ਹੁਣ ਕਿਉਂ ਨਾ ਪਾ ਲਈ ਇਹਨਾਂ ਨੇ। ਹੂੰ ਸੋ ਉਹ ਇਹ ਤਾਂ ਐਵੇਂ ਇੱਕ ਨਾ ਬਹਾਨੇ ਨੇ ਇਹਨੂੰ ਤੁੱਲ ਦੇਣ ਵਾਸਤੇ। ਔਰ ਤੁਸੀਂ ਹੋਰ ਦੇਖੋ BKU ਜਿਹੜੀ ਹੈਗੀ ਹੈ ਕਿਸਾਨ ਜਥੇਬੰਦੀਆਂ ਨੇ, ਉਹ ਆਰਾਮ ਨਾਲ ਆਪਦੇ ਬੈਠ ਕੇ ਪ੍ਰੋਟੈਸਟ ਕਰ ਰਹੀਆਂ, ਉਹ ਜਿਹੜਾ ਜਮਹੂਰੀਅਤ ਦਾ ਉਹਨਾਂ ਦਾ ਹੱਕ ਹੈਗਾ। ਹੂੰ ਔਰ ਕਾਂਗਰਸ ਤੁਸੀਂ ਦੇਖੋ ਕਿੱਥੇ ਤੱਕ ਪਹੁੰਚ ਗਈ। ਇਹ ਕਹਿੰਦੇ ਜਿਹੜੇ ਸਾਡੇ ਜਿਹੜੇ ਨਾ ਆਪਣੇ ਕਿਸਾਨ ਨੇ, ਉਹਨੂੰ ਆਪਾਂ ਕਹਿੰਦੇ ਆਪਣੇ ਪੁੱਤਰ ਨੇ, ਜੀ ਇਹ ਟਰੈਕਟਰਾਂ ਨੂੰ ਅੱਗ ਲਾਈ ਜਾਂਦੇ ਨੇ। ਜੀ। ਔਰ ਉਹੀ ਟਰੈਕਟਰ ਜਿਹੜਾ ਅਕਾਲੀ ਅੰਬਾਲੇ ਦਲ ਦਾ ਚ ਰੋਲ ਅੱਗ ਕਿੱਦਾਂ ਲਾਈ, ਦੇਖਦੇ ਉਹੀ ਹੋ ਨਾ ਇੰਡੀਆ ਗੇਟ ਤੇ ਜਾ ਕੇ ਅੱਗ ਲਾ। ਚੰਨੀ ਸਾਹਿਬ, ਅਕਾਲੀ ਦਲ ਦਾ ਰੋਲ ਕਿਦਾਂ ਦੇਖਦੇ ਹੋ? ਅਕਾਲੀ ਦਲ ਤਾਂ ਕਹਿ ਰਿਹਾ ਕਿ ਇੱਕੋ ਨਾਰਾ ਕਿਸਾਨ ਪਿਆਰਾ ਪੰਜਾਬ ਦੇ ਵਿੱਚ। ਅਕਾਲੀ ਦਲ ਕੁਝ ਇਸ ਤਰੀਕੇ ਦੇ ਨਾਲ ਜਿਹੜਾ ਉਹ ਰਾਜਨੀਤੀ ਚਲਾ ਰਿਹਾ ਆਪਣੀ। ਅਕਾਲੀ ਦਲ ਕਹਿੰਦਾ ਕਿ ਐਨਡੀਏ ਨੇ ਪਿਛਲੇ ਕੁਝ ਸਾਲਾਂ ਤੋਂ, ਕਈ ਸਾਲਾਂ ਤੋਂ ਜਿਹੜਾ ਉਹ ਸਾਡੇ ਨਾਲ ਮੀਟਿੰਗ ਹੀ ਨਹੀਂ ਕੀਤੀ। ਐਨਡੀਏ ਗੱਠਜੋੜ ਕਾਹਦਾ? ਉਹ ਕਹਿੰਦੇ ਅਸੀਂ ਆ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਹੈ ਸਾਰਾ ਕੁਝ, ਸਾਡੇ ਨਾਲ ਕਦੇ ਮੀਟਿੰਗ ਨਹੀਂ ਹੋਈ, ਸਾਨੂੰ ਭਰੋਸੇ 'ਚ ਨਹੀਂ ਲਿਆ ਗਿਆ। ਅਸੀਂ ਬੜਾ ਕਿਹਾ ਕਿ ਐਮਐਸਪੀ ਦੇ ਉੱਤੇ ਕਿਸਾਨਾਂ ਨੂੰ ਭਰੋਸੇ 'ਚ ਲਓ, ਸਾਨੂੰ ਭਰੋਸੇ 'ਚ ਨਹੀਂ ਲਿਆ ਗਿਆ। ਅਕਾਲੀ ਦਲ ਤਾਂ ਇਸੇ ਗੱਲ ਤੇ ਅੜਿਆ ਹੋਇਆ। ਦੇਖੋ ਕਿਸਾਨ ਪਿਆਰਾ ਤਾਂ ਸਾਰਿਆਂ ਨੂੰ ਹੈ, ਇੱਕ ਗੱਲ ਇਹਨਾਂ ਨੂੰ ਤਾਂ ਸ਼ਾਇਦ ਪੰਜਾਬ ਦਾ ਕਿਸਾਨ ਹੀ ਪਿਆਰਾ ਹੈ, ਪਰ ਜਿਹੜੀ ਭਾਰਤੀ ਜਨਤਾ ਪਾਰਟੀ ਉਹ ਨੈਸ਼ਨਲ ਲੈਵਲ ਦੀ ਪਾਰਟੀ ਹੈ, ਹੂੰ ਉਹਨਾਂ ਨੂੰ ਕਿਸਾਨ ਸਾਰੇ ਹਿੰਦੁਸਤਾਨ ਦਾ ਪਿਆਰਾ ਹੈ। ਹੂੰ ਔਰ 65% ਜਿਹੜੀ ਸਾਡੀ ਆਬਾਦੀ ਹੈ ਉਹ ਕਿਸਾਨੀ ਨਾਲ ਜੁੜੀ ਹੋਈ ਹੈ। ਜੀ ਇਹ ਤੁਸੀਂ ਦੇਖੋ ਵੀ ਕਿਹੜੀ ਮੌਕੇ ਦੀ ਸਰਕਾਰ ਹੈਗੀ ਹੈ ਜਿਹੜੀ ਕਿਸਾਨੀ ਦੇ ਖਿਲਾਫ ਸੋਚ ਸਕਦੀ ਹੈ, ਹੂੰ ਕਿਸਾਨੀ ਦੇ ਖਿਲਾਫ ਕਾਨੂੰਨ ਰੱਖ ਸਕਦੀ ਹੈ, ਪਾਸ ਕਰ ਸਕਦੀ ਹੈ। ਔਰ ਉਹ ਕਿਹੜੀ ਸਰਕਾਰ ਏਡੀ ਬੇਵਕੂਫ ਹੈ ਜਿਹੜੀ 2-4 ਘਰਾਣਿਆਂ ਪਿੱਛੇ ਆਪਦੀ ਸਰਕਾਰ ਗਵਾ ਲੇਗੀ, ਆਪਦਾ ਰਾਜ ਭਾਗ ਗਵਾ ਲੇਗੀ। ਬਿਲਕੁਲ। ਇਹ ਲੋਕ ਪਤਾ ਨਹੀਂ ਕਿਉਂ ਨਹੀਂ ਇਸ ਗੱਲ ਨੂੰ ਸਮਝਦੇ। ਹੂੰ ਤੇ ਜੇ ਇਹ ਹੁਣ ਇਹ ਗੱਲਾਂ ਕਰਦੇ ਨੇ, ਇੰਨੇ ਸਾਲ ਇਹਨਾਂ ਨੇ ਸਾਰਾ ਕੁਝ ਹੰਢਾਇਆ ਔਰ ਇੰਨਾ ਇੰਜੋਏ ਕੀਤਾ ਅਕਾਲੀ ਦਲ ਨੇ, ਹੂੰ ਜਿਹੜਾ ਨੈਸ਼ਨਲ ਲੈਵਲ ਤੇ ਜੋ ਇਹਨਾਂ ਨੂੰ ਮਾਨ ਸਨਮਾਨ ਮਿਲਦਾ ਹੈ। ਹੂੰ ਤੁਸੀਂ ਇਹ ਦੇਖੋ ਵੀ 2 MPਆਂ ਪਿੱਛੇ ਇੱਕ ਕੈਬਨਿਟ ਰੈਂਕ ਮਿਲ ਸਕਦਾ ਕਾਨੂੰਨ? ਬਿਲਕੁਲ ਨਹੀਂ। ਕੋਈ ਦਿੰਦਾ ਹੈ? ਹੂੰ ਉਹ ਸਿਰਫ ਤੇ ਸਿਰਫ ਬਾਦਲ ਸਾਹਿਬ ਕਰਕੇ 10 ਸਾਲ ਮਿਲਿਆ, ਹੂੰ 6 ਸਾਲ ਚਲੋ ਹੁਣ ਤਾਂ ਕਿ ਨਿਕਲ ਗਏ ਵਿੱਚੋਂ, ਹੂੰ ਉਹ ਤਾਂ ਮਿਲਿਆ ਹੋਇਆ। ਇਹ ਜਿਹੜਾ ਰਾਦਰ ਮੈਂ ਨਹੀਂ ਕਹਿਣਾ ਚਾਹੁੰਦਾ, ਪਰ ਹੁਣ ਕੀ ਹੈਗਾ ਕਿ ਬੀਜੇਪੀ ਨੇ ਤਾਂ ਇਹਨਾਂ ਦਾ ਜਿੰਨੀ ਇਹਨਾਂ ਦੀ ਮਤਲਬ ਮਿਸ ਮੈਨੇਜਮੈਂਟ ਸੀ, ਮਿਸ ਗਵਰਨੈਂਸ ਸੀਗੀ, ਉਹਦਾ ਭਾਰ ਹੀ ਚੁੱਕਿਆ। ਹੂੰ ਕਿਉਂਕਿ ਤੁਸੀਂ ਜੇ ਗੱਠਜੋੜ ਦੇ ਵਿੱਚ ਆ ਤਾਂ ਤੁਸੀਂ ਛੱਡ ਨਹੀਂ ਸਕਦੇ, ਤੁਹਾਨੂੰ ਉਹਨਾਂ ਨੂੰ ਜਸਟੀਫਾਈ ਵੀ ਕਰਨਾ ਪੈਂਦਾ। ਹੂੰ ਮਤਲਬ ਜਿਹੜੀਆਂ ਸਰਕਾਰਾਂ ਸਟੇਟ ਦੇ ਵਿੱਚ ਚੱਲੀਆਂ ਨੇ, ਮੈਂ ਤਾਂ ਸਰਕਾਰ 'ਚ ਰਿਹਾ, ਪ੍ਰਿੰਸੀਪਲ ਸੈਕਟਰੀ ਵੀ ਰਿਹਾ, ਜੀ ਮਤਲਬ ਉਹ ਸਾਰਾ ਦੇ ਸਾਰਾ ਦਾਰੋਮਦਾਰ ਕੰਟਰੋਲ ਤਾਕਤ ਜਿਹੜੀ ਸੀ ਉਹ ਅਕਾਲੀ ਦਲ ਕੋਲ ਹੁੰਦੀ ਸੀ। ਹੂੰ ਬੀਜੇਪੀ ਨੂੰ ਨਹੀਂ ਮਿਲਦਾ ਸੀ ਉਹ ਕੁਝ। ਹੂੰ ਜੇ ਮਿਨਿਸਟਰ ਵੀ ਬਣ ਗਿਆ ਤਾਂ ਉਹਨੂੰ ਮਿਨਿਸਟਰੀ ਉਸ ਮਹਿਕਮੇ ਦਾ ਉਹ ਫੁੱਲੀ ਇੰਚਾਰਜ ਨਹੀਂ ਹੁੰਦਾ ਸੀ। ਹੂੰ ਜੀ ਸੋ ਇਹ ਤਾਂ ਉਲਟ ਹੈ ਸਗੋਂ, ਜਿਹੜਾ ਇਹ ਕਹਿੰਦੇ ਹੈਗੇ ਨੇ ਕਿ ਵੀ ਰੱਖੇ ਕਿਉਂ ਗੱਠਜੋੜ, ਇੰਨੇ ਤਾਂ ਇਹ ਬੇਸਮਝ ਨਹੀਂ ਨਾ ਹੈਗੇ। ਹੂੰ ਜੇ ਗੱਠਜੋੜ ਦੇ ਵਿੱਚੋਂ ਕੁਝ ਨਹੀਂ ਨਿਕਲ ਰਿਹਾ ਸੀਗਾ, ਜੇ ਸਰਕਾਰ ਬਣਦੀ ਰਹੀ 20 ਜਦੋਂ MLA ਬਣੇ ਬੀਜੇਪੀ ਦੇ, ਤੇ ਉਦੋਂ ਤਾਂ ਇਹਨਾਂ ਨੂੰ ਚੰਗਾ ਲੱਗਦਾ ਸੀ। ਹੂੰ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਅਕਾਲੀ ਦਲ ਕੋਈ ਉਹ ਨੀਤੀ ਲੈ ਕੇ ਚੱਲ ਰਿਹਾ ਕਿ 2022 ਦੇ ਵਿੱਚ ਅਸੀਂ ਕਿਸਾਨਾਂ ਦੀ ਵੋਟ ਬਟੋਰ ਲਈਏ, ਜਾਂ ਫਿਰ ਕਿਸਾਨਾਂ ਦੇ ਮਸਲੇ ਨੂੰ ਜਿਹੜਾ ਉਹ ਹਾਈਜੈਕ ਕਰਕੇ ਕੇਂਦਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਪੰਜਾਬ 'ਚ ਹਾਲੇ ਵੀ ਹੈਗੇ ਆ?
ਨਹੀਂ ਦੇਖੋ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਤਾਂ ਇਹ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਅਰਜ਼ ਕੀਤੀ ਹੈ। ਇਹ ਹੁਣ ਜਿਹੜੀ ਕਿਸਾਨ ਮੋਰਚਾ ਹੈਗਾ ਉਹ ਇੱਕ ਕੰਪਲਸ਼ਨ ਬਣ ਗਿਆ ਹੈਗਾ ਪੋਲੀਟੀਕਲ ਪਾਰਟੀਆਂ ਦੀ, ਬਜਾਏ ਕਿ ਕਿਸਾਨਾਂ ਨੂੰ ਸਮਝਾਉਣ। ਔਰ ਅਜੇ ਤਾਂ ਇੱਕ ਕਾਨੂੰਨ ਬਣਿਆ, ਕਾਨੂੰਨ ਦੇ ਵਿੱਚ ਅਜੇ ਉਹਦੇ ਨਾ ਕਾਨੂੰਨ ਆਪਾਂ ਜਦੋਂ ਆਪਾਂ ਕਹਿੰਦੇ ਆਪਾਂ ਗੱਲ ਕਰਦੇ ਕਹਿੰਦੇ ਵੀ ਤੂੰ ਯਾਰ ਫਲਾਣੇ ਰੂਲ ਦੀ ਉਲੰਘਣਾ ਕੀਤੀ ਹੈ, ਉਹਦੇ ਅਜੇ ਕਾਨੂੰਨ ਦੇ ਰੂਲਸ ਬਣਨੇ ਨੇ, ਰੈਗੂਲੇਸ਼ਨ ਬਣਨੇ ਨੇ, ਪਾਲਿਸੀਜ਼ ਬਣਨੀਆਂ ਨੇ। ਸਾਰੀਆਂ ਚੀਜ਼ਾਂ ਜਿਹੜੇ ਕੋਈ ਖਦਸ਼ੇ ਹੈਗੇ ਨੇ ਉਹਦੇ ਵਿੱਚ ਕਵਰ ਅਪ ਹੁੰਦੇ ਨੇ। ਕਾਨੂੰਨ ਤਾਂ ਇੱਕ ਓਵਰਆਲ ਫਰੇਮ ਹੈ। ਅੱਛਾ ਹੁਣ ਇਹ ਕਹਿੰਦੇ ਜੀ ਤੁਸੀਂ ਐਸਡੀਐਮ ਤੇ ਡੀਸੀ ਤੁਹਾਡੇ ਫੈਸਲੇ ਕਰਨਗੇ। ਉਹ ਭਾਈ ਐਸਡੀਐਮ ਤੇ ਡੀਸੀ ਜੇ ਤੁਸੀਂ ਜੇ ਤੁਸੀਂ ਕਹਿੰਦੇ ਸੀ ਇਹ ਕਹਿੰਦੇ ਵੀ ਅਦਾਲਤ ਜਾਓ, ਅਦਾਲਤ ਫਿਰ ਬੰਦਾ ਸੁਪਰੀਮ ਕੋਰਟ ਤੱਕ ਜਾਊਗਾ। ਬਿਲਕੁਲ। ਜਿਹੜਾ ਡੀਸੀ ਐਸਡੀਐਮ ਹੈ ਉਹ ਤਾਂ ਤੁਹਾਡੇ ਕੋਲ ਬੈਠਾ ਹੈ। ਹੁਣ ਜੇ ਡੀਸੀ ਐਸਡੀਐਮ ਤੁਹਾਡੀ ਲੈਂਡ ਦੀ ਪਾਰਟੀਸ਼ਨ ਅਸੀਂ ਕਰਦੇ ਹਾਂ, ਤਹਿਸੀਲਦਾਰ ਤੋਂ ਕੇਸ ਸ਼ੁਰੂ ਹੁੰਦਾ ਹੈ, ਉਹ ਪਾਰਟੀਸ਼ਨ ਦੇ ਕੇਸ ਹੁੰਦੇ ਨੇ, ਇੰਤਕਾਲ ਦੇ ਕੇਸ ਸ਼ੁਰੂ ਹੁੰਦੇ ਨੇ, ਤੁਹਾਡੀਆਂ ਗਰਦੌਰੀਆਂ ਦੇ ਹੁੰਦੇ ਨੇ, ਤੁਹਾਡੇ ਮੁਆਵਜ਼ਿਆਂ ਦੇ ਹੁੰਦੇ ਨੇ। ਜੇ ਉਹ ਫੈਸਲੇ ਕਰ ਸਕਦਾ ਡੀਸੀ ਐਸਡੀਐਮ ਤੇ ਇਹਦਾ ਨਹੀਂ ਫੈਸਲਾ ਕਰ ਸਕਦਾ। ਔਰ ਡੀਸੀ ਐਸਡੀਐਮ ਨੂੰ ਅਪਰੋਚ ਕਰਨਾ ਸੌਖਾ ਹੈ ਕਿ ਅਦਾਲਤਾਂ ਦੇ ਚੱਕਰ ਜਿੱਥੇ 4 ਕਰੋੜ ਕੇਸ ਪਿਆ ਪੈਂਡਿੰਗ, ਉੱਥੇ ਤੁਹਾਨੂੰ ਜਲਦੀ ਇਨਸਾਫ ਮਿਲ ਜਾਏਗਾ। ਬਿਲਕੁਲ। ਇਹ ਜਿਹੜੀਆਂ ਟਰਮਸ ਕੰਡੀਸ਼ਨਸ ਨੇ ਇਹ ਜਦੋਂ ਰੂਲਸ ਬਣਨੇ ਨੇ ਉਹਨਾਂ ਦੇ ਵਿੱਚ ਸਾਰੀਆਂ ਵਿਸਤਾਰ ਦੇ ਵਿੱਚ ਆਣੀਆਂ ਨੇ। ਜਿਹੜੇ ਵੀ ਖਦਸ਼ੇ ਹੈਗੇ ਨੇ ਉਹ ਸਾਰੇ ਦੂਰ ਹੋ ਸਕਦੇ ਨੇ, ਕੀਤੇ ਜਾ ਸਕਦੇ ਨੇ। ਔਰ ਹੁਣ ਤਾਂ ਪ੍ਰਾਈਮ ਮਿਨਿਸਟਰ ਸਾਹਿਬ ਵਾਰ-ਵਾਰ ਰੋਜ਼ ਟੀਵੀ ਤੇ ਕਹਿੰਦੇ ਆ ਵੀ ਤੁਸੀਂ ਭਾਈ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਔਰ ਤੁਸੀਂ ਦੇਖੋ ਜੇ ਤੁਸੀਂ ਹਿੰਦੁਸਤਾਨ ਦੇ ਵਿੱਚ ਲੈ ਲਓ ਤਾਂ ਜਿਵੇਂ ਆਮਦਨ ਬਾਕੀ ਸੈਕਟਰਸ ਦੀ ਵਧੀ ਹੈ ਉਹ ਕਿਸਾਨੀ ਦੀ ਨਹੀਂ ਵਧੀ, ਕਿਸਾਨੀ ਦੀ 2.9% ਵਧੀ ਹੈ। ਔਰ ਜੇ ਅਸੀਂ ਇਸੇ ਹਿਸਾਬ 'ਚ ਰਹਾਂਗੇ ਤਾਂ ਉਹ ਜਿਹੜੀ ਆਮਦਨ ਹੈਗੀ ਹੈ ਉਹ ਨਹੀਂ ਵੱਧ ਸਕਦੀ। ਤੁਸੀਂ ਜੇ ਮੁਕਾਬਲਤਨ ਕਰੋਗੇ ਤਾਂ ਉਹ 14-15 ਗੁਣਾ ਬਾਕੀ ਲੋਕਾਂ ਦੀ ਸੈਕਟਰ ਦੀ ਵਧੀ ਹੈਗੀ ਹੈ ਆਮਦਨ। ਕਿਸਾਨੀ ਦੀ ਜੇ ਆਪਾਂ ਕਿਸਾਨੀ ਨੂੰ ਇੱਥੇ ਹੀ ਰੱਖਾਂਗੇ। ਦੇਖੋ ਇੱਕ ਹੋਰ ਮੈਂ ਗੱਲ ਕਰਨੀ ਚਾਹੁੰਦਾ, ਐਮਐਸਪੀ ਪੰਜਾਬ ਸਰਕਾਰ ਤਾਂ ਨਹੀਂ ਦਿੰਦੀ। ਇਹ ਤਾਂ ਇਹਨਾਂ ਕੋਲ 1 ਰੁਪਈਆ ਵੀ ਨਹੀਂ ਹੈ, ਇੱਕ ਦਾਣਾ ਵੀ ਨਹੀਂ ਖਰੀਦ ਸਕਦੇ। ਹੁਣ ਇੱਕ ਨਵੀਂ ਗੱਲ ਵੀ ਕੱਲ ਮੈਂ ਦੇਖ ਰਿਹਾ ਸੀ ਜੀ, ਐਮਐਸਪੀ ਤੇ ਲਾ ਪਾਸ ਕਰ ਦੋ ਫਿਰ ਐਮਐਸਪੀ ਪੇ ਕਰ ਦੋ। ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਲਿਖਿਆ ਹੈਗਾ ਕਿ ਜੇ ਮੱਕੀ ਦੀ ਉਪਜ ਦੇ ਵਿੱਚ ਡੈਫੀਸਿਟ ਪ੍ਰਾਈਸ ਮਿਲੂਗੀ ਤਾਂ ਅਸੀਂ ਦੇਵਾਂਗੇ, ਤੇ ਦੇਣ ਇਹ ਫਿਰ ਮੱਕੀ ਦੇ ਉੱਪਰ। ਇਹਨਾਂ ਦਾ ਜਿਹੜੇ ਮੈਨੀਫੈਸਟੋ ਪੜ੍ਹੋ ਨਾ ਉਹ ਕਲੌਜ਼ 10 ਹੈ A36 ਦੇ ਉੱਪਰ ਵੀ ਜੇ ਮੱਕੀ ਦਾ ਘੱਟ ਮੁੱਲ ਮਿਲੂਗਾ ਤਾਂ ਅਸੀਂ ਦੇਵਾਂਗੇ। ਉਹ ਤਾਂ ਦੇ ਨਹੀਂ ਪਾਉਂਦੇ ਐਮਐਸਪੀ, ਬਾਕੀ ਜਗ੍ਹਾ ਤੇ ਕਿੱਦਾਂ ਦੇ ਦੇਣਗੇ। ਇੱਕ ਗੱਲ। ਦੂਜੀ ਗੱਲ, ਜਿਹੜੀ ਐਮਐਸਪੀ ਮਿਲਦੀ ਹੈਗੀ ਹੈ ਉਹ ਭਾਰਤ ਸਰਕਾਰ ਦਿੰਦੀ ਹੈ, ਤੇ ਜਿਹੜੀ ਸਰਕਾਰ ਇੰਨਾ ਪੈਸਾ ਦਿੰਦੀ ਹੈ 70,000 ਕਰੋੜ ਰੁਪਈਆ ਪੰਜਾਬ ਚ ਆਉਂਦਾ, ਰੈਗੂਲਰਲੀ ਆਉਂਦਾ, ਇੱਕ ਦਾਣਾ ਚੱਕਿਆ ਜਾਂਦਾ ਹੈ। ਹੋਰ ਤਾਂ ਬਾਕੀ ਚੀਜ਼ਾਂ ਸਾਡੇ ਕੋਲੇ ਹੈ ਹੀ ਨਹੀਂ, ਕੋਈ ਇੰਡਸਟਰੀ ਨਹੀਂ, ਹੋਰ ਨਹੀਂ ਹੈਗੀ। ਤੇ ਉਹ ਜੇ ਭਾਰਤ ਸਰਕਾਰ ਇੰਨਾ ਮੁੱਲ ਚੱਕਦੀ ਦਿੰਦੀ ਹੈਗੀ ਹੈ ਤੇ ਉਹਨਾਂ ਨੂੰ ਕੋਈ ਰਾਈਟ ਜਾਂ ਉਹਨਾਂ ਦੀ ਕੋਈ ਡਿਊਟੀ ਨਹੀਂ ਹੈਗੀ ਕਿ ਉਹਦੀ ਸਾਂਭ ਸੰਭਾਲ ਵਾਸਤੇ ਜਾਂ ਉਹਦੀ ਬੈਟਰਮੈਂਟ ਵਾਸਤੇ ਜਾਂ ਕਿਸਾਨਾਂ ਦੀ ਆਮਦਨ ਵਾਸਤੇ। ਇਹ ਹੁਣ ਇੱਕੋ ਇੱਕ ਸਰਕਾਰ ਹੈ ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੁੰਦੀ ਹੈ ਤੇ ਕਿਸਾਨਾਂ ਦੀ ਜਿਹੜੀ ਇਨਕਮ ਹੈ ਉਹ ਹੌਲੀ ਹੌਲੀ ਡਬਲ ਹੋਵੇ। ਚੰਨੀ ਸਾਹਿਬ, ਫਿਰ ਐਮਐਸਪੀ ਦਾ ਪੂਰਾ ਰੇਟ ਕਿਉਂ ਨਹੀਂ ਦਿੰਦੀ ਕੇਂਦਰ? ਪੂਰਾ ਰੇਟ ਕਿਉਂ ਨਹੀਂ ਦਿੰਦੀ? ਉਹ ਕੱਟ ਕੇ ਕਿਉਂ ਦਿੱਤਾ ਜਾਂਦਾ? ਕੋਈ 1000 ਕੋਈ 2000 ਦਾ ਕਾਟ ਲੱਗ ਜਾਂਦਾ? ਨਹੀਂ ਲੱਗਦਾ ਕੱਟ। ਜਿਹੜੀ ਐਮਐਸਪੀ ਹੈ ਉਹ ਤਾਂ ਪੂਰੀ ਮਿਲਦੀ ਆ। ਤੁਸੀਂ ਹੋਰ ਮੈਂ ਤੁਹਾਨੂੰ ਦੱਸਦਾ, ਜਿਹੜੀ ਕਰਨਾਟਕਾ ਵਰਗੀ ਸਟੇਟ ਹੈਗੀ ਹੈ ਉਹ ਉੱਥੇ ਜਿੰਨੀ ਵੀ ਐਮਐਸਪੀ ਤੋਂ ਥੱਲੇ ਵਿਕਦੀ ਹੈਗੀ ਹੈ ਉਹਨਾਂ ਨੇ ਕਲੇਮ ਪਾਏ ਨੇ। ਜਿਹੜੀ ਮਾਰਕੀਟ ਕਮੇਟੀਆਂ ਨੇ ਕਿਸਾਨ ਦੇ ਨਾਂ ਤੇ ਕਲੇਮ ਬਣਾ ਕੇ ਤੁਸੀਂ ਭਾਰਤ ਸਰਕਾਰ ਨੂੰ ਭੇਜੋ ਕਿ ਐਮਐਸਪੀ ਤੋਂ ਇੰਨੀ ਥੱਲੇ ਵਿਕੀ ਹੈ ਔਰ ਅਸੀਂ ਉਹ ਕਲੇਮ ਮਿਲ ਸਕਦੇ। ਪੰਜਾਬ ਸਰਕਾਰ ਨੇ ਅੱਜ ਤੱਕ ਇੱਕ ਵੀ ਕਲੇਮ ਨਹੀਂ ਫਾਈਲ ਕੀਤਾ, ਸਿੰਗਲ। ਮਤਲਬ ਜੇ ਕਿਸਾਨਾਂ ਨੂੰ, ਜਿਵੇਂ ਆਪਾਂ ਦੇਖ ਰਹੇ ਹਾਂ ਪਿੱਛੇ ਜੇ ਕਪਾਹ ਦਾ ਭਾਅ 5000-5200 ਦੇ ਕਰੀਬ ਕਹਿੰਦੇ ਰੇਟ ਬਣਦਾ ਹੈ, ਤੇ ਜੇ 3800-4000 ਮਿਲਦਾ ਹੈ ਤਾਂ ਜਿਹੜਾ ਬਾਕੀ ਰਹਿੰਦਾ ਹੈ ਉਹ ਕਲੇਮ ਕਰ ਸਕਦਾ ਕਿਸਾਨ? ਕਰ ਸਕਦਾ ਹੈ। ਈਵਨ 1061 ਕਰੋੜ ਰੁਪਈਆ ਮਹਾਰਾਸ਼ਟਰ ਦੇ ਵਿੱਚ ਜਿਹੜੇ ਕਾਟਨ ਗਰੋਰਸ ਹੈ ਉਹਨਾਂ ਦੀ ਕੋਆਪਰੇਟਿਵ ਫੈਡਰੇਸ਼ਨ ਹੈ, ਜਿਵੇਂ ਮਾਰਕਫੈਡ ਹੈ। ਫਿਰ ਇਹ ਕਲੇਮ ਕਿਉਂ ਨਹੀਂ ਕਰਦੇ? ਇਹਦੇ ਲਈ ਕਸੂਰਵਾਰ ਕੌਣ ਹੈ? ਸਰਕਾਰ ਕਸੂਰਵਾਰ ਹੈ? ਸਰਕਾਰ ਕਸੂਰਵਾਰ ਹੈ ਜਾਂ ਇਹਨਾਂ ਨੂੰ ਇਹ ਕਾਨੂੰਨ ਨਹੀਂ ਪੜ੍ਹਦੇ? ਇਹ ਪ੍ਰੋਬਲਮ ਇੱਕ ਹੋਰ ਵੀ ਰਹੀ ਹੈਗੀ ਹੈ ਪੰਜਾਬ ਸਰਕਾਰ ਦੀ।
ਪੰਜਾਬ ਸਰਕਾਰ ਹੈ, ਚਾਹੇ ਪੰਜਾਬ ਸਰਕਾਰ, ਮੈਂ ਵੀ ਅਫਸਰ ਹਾਂ, ਜੀ ਇਹ ਜਿਹੜੇ ਇਹ ਮਿਹਨਤ ਨਹੀਂ ਕਰਦੇ, ਜਿਹੜੀਆਂ ਭਾਰਤ ਸਰਕਾਰ ਦੀਆਂ ਸਕੀਮਾਂ ਨਹੀਂ ਸਾਰੀਆਂ ਦੇਖਦੇ ਸਮਝਦੇ ਔਰ ਕਲੇਮ ਨਹੀਂ ਕਰਦੇ। ਨਹੀਂ ਉੱਥੇ ਡਾਇਰੈਕਟਲੀ ਜਿਹੜਾ ਚੰਨੀ ਸਾਹਿਬ ਡਾਇਰੈਕਟਲੀ ਕਿਉਂ ਨਹੀਂ ਕਿਸਾਨਾਂ ਨੂੰ ਦਿੱਤਾ ਜਾਂਦਾ? ਕਿੱਥੇ ਕਿਸਾਨ ਇੱਕ ਤਾਂ ਅੱਗੇ ਹੀ ਫਸਲਾਂ ਬੀਜ ਕੇ ਉਹ ਕਿਸਾਨ ਦੇ ਜਾਂਦੇ ਅਕਾਊਂਟ 'ਚ ਨੇ, ਹੀ ਆਉਣਾ ਟਾਈਮ ਪੈਸਾ, ਕਿੰਨਾ ਉਹ ਲੱਗਦਾ। ਸਿੱਧਾ ਅਕਾਊਂਟ, ਕਿਸਾਨ ਦੇ ਅਕਾਊਂਟ 'ਚ ਪੈਸਾ ਆਉਣਾ। ਹਾਂਜੀ ਤੁਸੀਂ ਇਹ ਦੇਖੋ ਵੀ ਇਹ ਜਿਹੜੇ ਆ ਹੁਣ 6000 ਰੁਪਏ ਜਿਹੜੀ ਕਿਸਾਨ ਸਮਾਨ ਨੀਤੀ ਬਣਾਈ ਆ, ਉਹਦੇ ਥੱਲੇ ਕਿਸਾਨਾਂ ਦੇ ਖਾਤੇ ਜਾਂਦੇ ਨਹੀਂ ਪੈਸੇ। ਜੀ ਬਿਲਕੁਲ। ਇਹ ਇਹ ਐਮਐਸਪੀ ਨਹੀਂ ਚੰਨੀ ਸਾਹਿਬ ਇਦਾਂ ਸਿੱਧਾ ਆ ਜਾਣੀ ਚਾਹੀਦੀ ਹੈ ਵੀ ਕਿਸਾਨ ਬਸ਼ਰਤੇ ਕਿ ਜਾ ਕੇ ਸਰਕਾਰ ਨੂੰ ਕਹਿਣ ਕਿ ਸਾਨੂੰ ਇੰਨਾ ਰੇਟ ਮਿਲਿਆ, ਸਾਨੂੰ ਪੂਰਾ ਕਿਉਂ ਨਹੀਂ ਦਿੰਦੇ, ਫਿਰ ਪੰਜਾਬ ਸਰਕਾਰ ਦੇ ਥਰੂ ਕੇਂਦਰ ਨੂੰ ਤਰਲਾ ਮਾਰਨ, ਫਿਰ ਡਾਇਰੈਕਟਲੀ ਦੇ ਦੇਣੀ ਚਾਹੀਦੀ ਹੈ ਡਾਇਰੈਕਟਲੀ। ਇਹ ਤਾਂ ਡਿਜੀਟਾਈਜ਼ ਹੋ ਕੇ ਸਾਰਾ ਕੁਝ ਜਿਹੜਾ ਡਿਜੀਟਲ ਹੋਏਗਾ, ਇੰਨੇ ਕਰੋੜ ਖਾਤੇ ਨਵੇਂ ਖੁੱਲ ਗਏ ਔਰ ਜਿਹੜੀ ਡਾਇਰੈਕਟ ਬੈਨੀਫੀਸ਼ੀਅਰੀ ਨੂੰ ਟ੍ਰਾਂਸਫਰ ਹੋਣ ਦਾ ਪੈਸਾ ਇਹ ਸਰਕਾਰ ਨੇ ਕੀਤਾ। ਅੱਜ ਤੱਕ ਇਹ ਨਹੀਂ ਹੋਇਆ ਸੀਗਾ ਔਰ ਉਹ ਹੋ ਰਿਹਾ। ਪਰ ਸਾਡਾ ਕਿਸਾਨ ਕਹਿੰਦਾ ਹੈ ਕਿ ਮੈਂ ਤਾਂ ਆੜ੍ਹਤੀ ਰਾਹੀਂ ਲਊਂਗਾ, ਕਿਉਂਕਿ ਮੇਰੀ ਏਟੀਐਮ ਤਾਂ ਆੜ੍ਹਤੀ ਹੈ। ਉਹ ਭਾਈ ਤੈਨੂੰ ਆੜ੍ਹਤੀ ਜਿਹੜਾ ਹੈਗਾ ਉਹ ਤੂੰ ਸਮਝ ਲਾ, ਇਹ ਜਿਹੜੇ ਮਿਡਲਮੈਨ ਨੇ ਇਹਨਾਂ ਦੇ ਵੈਸਟਡ ਇੰਟਰਸਟ ਨੇ। ਉਹ ਪਹਿਲਾਂ ਤਾਂ 2.5-3% ਤੋਂ ਘੱਟਦਾ, ਉਹ ਵਿਆਜ ਨਹੀਂ ਲਾਂਦਾ। ਫਿਰ ਉਹ ਕਿਸਾਨ ਉਹ ਕਹਿੰਦਾ ਵੀ, ਉਹ ਕਿਸਾਨ ਕਹਿੰਦਾ ਮੈਂ ਤੇਲ ਲੈਣਾ, ਕਹਿੰਦਾ ਫਲਾਣੇ ਪੈਟਰੋਲ ਪੰਪ ਤੋਂ ਲੈ ਲਾ। ਉਹ ਕਹਿੰਦਾ ਮੈਂ ਰਾਸ਼ਨ ਲੈਣਾ, ਕਹਿੰਦਾ ਫਲਾਣੀ ਦੁਕਾਨ ਤੋਂ ਲੈ ਲਾ। ਕੱਪੜਾ ਲੈਣਾ, ਕਹਿੰਦਾ ਫਲਾਣੀ ਦੁਕਾਨ ਤੋਂ ਲੈ ਲਾ। ਮਤਲਬ ਆੜ੍ਹਤੀ ਕਿਸਾਨਾਂ ਨੂੰ ਲੁੱਟ ਰਿਹਾ। ਉਹ ਲੁੱਟ, ਮੈਂ ਤਾਂ ਇਹ ਕਹੂੰਗਾ ਕਿ ਜਿੰਨੇ ਵੱਡੇ ਕਿਸਾਨ ਨੇ ਉਹ ਸਾਰੇ ਆੜਤ ਦਾ ਕੰਮ ਕਰ ਰਹੇ ਨੇ। ਬਿਲਕੁਲ। ਸੋ ਇਹ ਕਿਸੇ ਜਿਹੜੇ ਛੋਟੇ ਕਿਸਾਨ, ਇਹਨਾਂ ਨੂੰ ਸਮਝਣ ਦੀ ਲੋੜ ਹੈਗੀ ਹੈ। ਜੇ ਤੁਸੀਂ ਬਾਹਰ ਜਾਓ, ਯੂਰਪ ਜਾਓ, ਹੋਰ ਜਾਓ, ਜਾਂ ਇੱਥੇ ਵੀ ਤੁਸੀਂ ਜਿਹੜੇ ਕਿਸਾਨਾਂ ਨੇ ਗ੍ਰੀਨ ਹਾਊਸਸ ਬਣਾ ਲਏ, ਅੱਜ ਰੇਟ ਪਤਾ ਕੀ ਹੈ? ਮਟਰ, ਜਿਹੜੇ ਮਟਰ ਜੀ 280 ਰੁਪਏ ਕਿਲੋ ਵਿਕ ਰਹੇ, ਉਹ ਗ੍ਰੀਨ ਹਾਊਸ ਪੈਦਾ ਹੋ ਸਕਦੇ ਨੇ। ਜੀ ਗ੍ਰੀਨ ਹਾਊਸ ਦੇ ਵਿੱਚ ਜਿਹੜੇ ਪੋਲੀ ਕਵਰ ਵਾਲੇ ਹੁੰਦੇ ਨੇ, ਉਹਨਾਂ 'ਚ ਤੁਸੀਂ ਜਿਹੜੀ ਕ੍ਰੌਪ ਹੈ, ਉਹ ਲੋਕ ਅੱਧੇ ਕਿੱਲੇ 'ਚੋਂ 20-25 ਲੱਖ ਰੁਪਇਆ ਕਮਾ ਰਹੇ ਨੇ। ਬਿਲਕੁਲ ਬਿਲਕੁਲ। ਤੇ ਜੇ ਅਸੀਂ ਦੇਖੋ, ਜਦੋਂ ਸਾਡੀ ਇਕਨੋਮੀ ਹਿੰਦੁਸਤਾਨ ਦੀ ਖੁੱਲੀ ਸੀ 91 ਦੇ ਵਿੱਚ, ਤੇ ਉਦੋਂ ਬਾਅਦ ਅਸੀਂ ਕਿੰਨੀ ਤਰੱਕੀ ਕੀਤੀ। ਇਹ ਹੁਣ ਐਗਰੀਕਲਚਰ ਦੀ ਵੀ ਕਲੋਜ਼ ਇਕਨੋਮੀ ਹੈ, ਕਿਉਂਕਿ ਜੀ MSP ਮਿਲ ਗਿਆ। ਉਦੋਂ ਬਾਅਦ ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ। ਜਦ ਮੈਂ MD ਮਾਰਕਫੈਟ ਸੀ ਤੇ ਕੈਪਟਨ ਸਾਹਿਬ ਦੀ ਸਰਕਾਰ ਸੀ 2002 ਤੋਂ 2007, ਜੀ ਸਾਡੇ ਕੋਲੇ 5 ਕ੍ਰੌਪਸ ਪਈਆਂ ਸੀ ਜੀ ਕਣਕ ਦੀਆਂ। ਅਸੀਂ ਉਹ 750 ਰੁਪਏ ਲਈ ਹੋਈ ਸੀ, ਜੀ ਤੇ ਉਹਦਾ ਵਿਆਜ ਪੈ ਕੇ, ਉਹਦੀ ਸਾਂਭ ਸੰਭਾਲ ਪੈ ਕੇ, ਕਿਰਾਇਆ ਤੇ ਮੁਲਾਜ਼ਮਾਂ ਤਰ੍ਹਾਂ ਸਾਨੂੰ ਉਹ 2300 ਰੁਪਏ 'ਚ ਪੈ ਗਈ। ਜੀ ਅੱਛਾ, ਹਿਊਮਨ ਕੰਜ਼ੰਪਸ਼ਨ ਵਾਸਤੇ ਉਹ ਕਣਕ ਫਿੱਟ ਨਹੀਂ ਸੀ। 26 ਲੱਖ ਟਨ ਕਣਕ ਮੈਂ ਐਕਸਪੋਰਟ ਕੀਤੀ ਐਜ਼ ਕੈਟਲ ਫੀਡ। ਉਹ ਵੀ ਗਵਰਨਮੈਂਟ ਆਫ ਇੰਡੀਆ ਨੇ ਸਾਡੇ ਸਿਰ ਤੇ ਹੱਥ ਰੱਖਿਆ, ਸਾਡੀ ਬਾਂਹ ਫੜੀ, ਔਰ 400 ਰੁਪਏ ਪਰ ਕੁਇੰਟਲ ਸਾਨੂੰ ਉਹ ਭਾਅ ਅਸੀਂ ਬਾਹਰ ਜਿਹੜੇ ਦੂਸਰੇ ਮੁਲਕਾਂ ਉਹਨਾਂ ਨੂੰ ਵੇਚੀ, ਔਰ 1900 ਰੁਪਇਆ ਪਰ ਕੁਇੰਟਲ। 26 ਲੱਖ ਟਨ ਤੇ ਤੁਸੀਂ ਜੋੜ ਲਾ ਲਓ ਕਿੰਨਾ ਪੈਸਾ ਅਸੀਂ ਬਚ ਗਏ। ਨਹੀਂ ਤਾਂ ਉਹ ਕਿਉਂਕਿ ਜਿਹੜੀ ਓਪਨ ਦੇ ਵਿੱਚ ਕਣਕ ਪਈ ਹੈ, ਉਹਦੀ ਸ਼ੈਲਫ ਲਾਈਫ ਲਿਮਿਟਡ ਹੈਗੀ ਹੈ। ਫਿਰ ਉਹਦੀ ਕੈਰਿੰਗ ਕਾਸਟ ਜਿਹੜੀ ਹੈਗੀ ਉਹ ਉਹਦੇ ਵਿੱਚ ਪੈ ਜਾਂਦੇ, ਇਨਸੀਡੈਂਟਲ ਆਪਾਂ ਕਹਿੰਦੇ ਉਹਨਾਂ ਨੂੰ, ਹਰ ਜਿੰਨੇ ਵੀ ਖਰਚੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਸਾਨੂੰ ਬਹੁਤ ਨਾਲ ਦੀ ਨਾਲ ਸਾਂਭ ਸੰਭਾਲ ਕਰ। ਹੁਣ ਵੀ ਇੰਨਾ ਅਨਾਜ ਪਿਆ, ਆਪਾਂ ਉਹਦਾ ਕੀ ਕਰਨਾ ਹੈਗਾ? ਜੇ ਮਤਲਬ ਅਸੀਂ ਤੁਹਾਡਾ ਇਹ ਕਹਿਣਾ ਕਿ ਕੁੱਲ ਮਿਲਾ ਕੇ ਕਿਸਾਨਾਂ ਨੂੰ ਜਿਹੜਾ ਉਹ ਉਕਸਾਇਆ ਜਾ ਰਿਹਾ ਬਿਨਾਂ ਵਜ੍ਹਾ ਤੋਂ। ਅਖੀਰ 'ਚ ਚੰਨੀ ਸਾਹਿਬ ਇਹ ਦੱਸ ਦਿਓ ਕਿ ਜਿਹੜੇ ਪੰਜਾਬ 'ਚ ਭਾਜਪਾ ਦੇ ਲੀਡਰਸ਼ਿਪ ਕੁਝ ਜਿਹੜੀ ਹੈ ਉਹ ਅਸਤੀਫੇ ਦੇ ਰਹੀ ਹੈ, ਇਹਦੇ ਰੋਸ ਦੇ ਵਿੱਚ ਤੁਸੀਂ ਉਹਨਾਂ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਉਹ ਹਰ ਬੰਦੇ ਦਾ ਆਪਣਾ ਆਪਣਾ ਨਜ਼ਰੀਆ ਹੈ, ਜਾਂ ਉਹ ਵੀ ਦੇਖਦਾ ਵੀ ਜੀ ਮੈਂ ਮਤਲਬ ਗੱਲ ਇਸ ਵੇਲੇ ਇਹ ਹੈਗੀ ਹੈ ਕਿ ਜਿਹੜੀ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਬੀਜੇਪੀ ਦੇ ਪੈ ਗਈ ਹੈਗੀ ਹੈ, ਔਰ ਬੀਜੇਪੀ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ, ਸਮਝਾਏਗੀ, ਸਮਝਿਆ ਜਾ ਸਕਦਾ ਹੈ। ਔਰ ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਹੈਗੀ ਹੈ, ਕੋਈ ਵੀ ਹੁਣ ਜਥੇਬੰਦੀਆਂ ਨਾਲ ਵੀ ਗੱਲ ਹੋ ਰਹੀ ਹੈ, ਜਿੰਨੇ ਵੀ ਉਹਨਾਂ ਦੇ ਖਦਸ਼ੇ ਨੇ, ਜਿੰਨੇ ਵੀ ਉਹਨਾਂ ਦੇ ਵਹਿਮ ਹੈਗੇ ਨੇ, ਉਹ ਦੂਰ ਹੋ ਸਕਦੇ ਨੇ। ਔਰ ਚੰਨੀ ਸਾਹਿਬ, ਕੈਪਟਨ ਸਾਹਿਬ ਨੇ 31 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਚਰਚਾ ਕੀਤੀ ਹੈ, ਬਹਿ ਕੇ ਉਹਨਾਂ ਨਾਲ ਗੱਲਬਾਤ ਕੀਤੀ। ਏਦਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਅਗਲੇ ਸਮੇਂ ਦੇ ਵਿੱਚ ਕੋਈ ਚਰਚਾ ਕਰ ਸਕਦੇ ਨੇ, ਜਾਂ ਕਰਨੀ ਚਾਹੀਦੀ ਹੈ ਉਹਨਾਂ ਨੂੰ? ਉਸੇ ਵਾਸਤੇ ਸਾਰੀ ਗੱਲਬਾਤ ਹੋ ਰਹੀ ਹੈ, ਉਸੇ ਵਾਸਤੇ ਗੱਲਬਾਤ ਹੋ ਰਹੀ ਹੈ। ਲੋੜ ਹੋਏਗੀ ਤਾਂ ਉਹ ਜਿਹੜਾ ਹੈਗਾ ਹਰ ਚੀਜ਼ ਹੋਏਗੀ। ਪ੍ਰਧਾਨ ਮੰਤਰੀ ਇਸ ਦੇਸ਼ ਦਾ, ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿੰਦਾ, ਜਿਹੜੀ ਬੀਜੇਪੀ ਪਾਰਟੀ ਹੈ ਉਹ ਕੋਈ ਮਹਿਲਾਂ ਦੀ ਪਾਰਟੀ ਨਹੀਂ, ਉਹ ਕੋਈ ਬਾਹਰਲੇ ਬਸ਼ਿੰਦਿਆਂ ਦੀ ਪਾਰਟੀ ਨਹੀਂ ਹੈਗੀ ਵੀ ਜਿਨ੍ਹਾਂ ਨੂੰ ਸਮਝ ਨਹੀਂ ਹੈ। ਔਰ ਉਹ ਕਾਡਰ ਬੇਸਡ ਪਾਰਟੀ ਹੈ, ਔਰ ਉਹ ਬਹੁਤ ਹਰੇਕ ਲੀਡਰ ਦਾ ਇੱਕ ਬਹੁਤ ਗਰੀਬ ਪਰਿਵਾਰ ਨਾਲ ਸੰਬੰਧ ਹੈ, ਔਰ ਉਹ ਉੱਥੋਂ ਉੱਠ ਕੇ ਗਏ ਨੇ। ਉਹਨਾਂ ਨੇ ਲੋਕਾਂ ਦੀਆਂ ਕਹਾਣੀਆਂ ਨਹੀਂ ਸੁਣੀਆਂ, ਉਹਨਾਂ ਨੇ ਇਹ ਦੁੱਖ ਦਰਦ ਹੰਢਾਏ ਹੋਏ ਨੇ। ਉਹਨਾਂ ਨੂੰ ਪਤਾ ਹੈ ਵੀ ਕੀ ਹੈ ਦੁੱਖ ਦਰਦ, ਉਹ ਸਮਝਦੇ ਨੇ।
ਤੇ ਉਹ ਕੋਈ ਔਰ ਦੂਸਰਾ ਇੰਨੀ ਉਹਨਾਂ ਨੂੰ ਜ਼ਰੂਰ ਸਮਝ ਹੈਗੀ ਹੈ ਕਿ ਕੋਈ ਵੀ ਕਾਨੂੰਨ ਉਹ ਕਿਸਾਨੀ ਦੇ ਖਿਲਾਫ ਨਹੀਂ ਰੱਖ ਸਕਦੇ, ਨਹੀਂ ਪਾਸ ਕਰ ਸਕਦੇ। ਇਹ ਕਿਹੜਾ ਕੋਈ ਬ੍ਰਿਟਿਸ਼ ਸਰਕਾਰ ਹੈ। ਆਪਾਂ ਉਦੋਂ ਵੀ ਕਹਿੰਦੇ ਸੀ ਜਦੋਂ ਬ੍ਰਿਟਿਸ਼ ਇੰਡੀਆ ਸੀਗਾ ਕਿ ਜੀ ਇਹ ਭਾਰਤ ਸੋਨੇ ਜਿਹੜੀ ਹੈ ਇਹ ਤੋਂ ਰॉ ਮਟੀਰੀਅਲ ਲੈਂਦੇ ਆ, ਅੰਗਰੇਜ਼ ਲੈ ਜਾਂਦੇ ਆ, ਪ੍ਰੋਸੈਸ ਕਰਕੇ ਵੇਚੀ ਜਾਂਦੇ ਆ। ਜੀ ਉਹ ਭਾਈ ਅਸੀਂ ਹੁਣ ਵੀ ਅਜੇ ਵੀ ਉਹੀ ਕੰਮ ਕਰਨਾ ਹੈਗਾ। ਅਸੀਂ ਮਤਲਬ ਇਹ ਪ੍ਰਧਾਨ ਮੰਤਰੀ ਸਾਹਿਬ ਅਗਲੇ ਸਮੇਂ 'ਚ ਕਿਸਾਨਾਂ ਨੂੰ ਭਰੋਸੇ 'ਚ ਲੈਣ ਲਈ ਉਹਨਾਂ ਨਾਲ ਮੀਟਿੰਗ ਕਰ ਸਕਦੇ ਨੇ। ਹੋ ਸਕਦੀ ਹੈ, ਕਿਉਂ? ਉਹ ਸਾਡਾ ਪ੍ਰਧਾਨ ਮੰਤਰੀ ਹੈ, ਅਸੀਂ ਉਹ ਇਸ ਦੇਸ਼ ਨੂੰ ਰਿਪਰੈਜ਼ੈਂਟ ਕਰਦਾ ਹੈ, ਦੇਸ਼ ਦੀ ਕਿਸਾਨੀ ਨੂੰ ਰਿਪਰੈਜ਼ੈਂਟ ਕਰਦਾ ਹੈ। ਉਹ ਜ਼ਿੰਮੇਵਾਰ ਹੈ, ਮਤਲਬ ਉਹਦੀ ਜ਼ਿੰਮੇਵਾਰੀ ਵੀ ਬਣਦੀ ਹੈ। ਉਹਦੀ ਕੋਈ ਮਰਜ਼ੀ ਨਹੀਂ ਹੈਗੀ ਵੀ ਉਹ ਮਿਲਣਾ ਕਿ ਨਹੀਂ ਮਿਲਣਾ। ਛੱਡ ਗਿਆ ਕਿ ਅਗਲੇ ਟਾਈਮ ਦੇ ਵਿੱਚ ਫੇਰ ਅਕਾਲੀ ਦਲ ਦੇ ਨਾਲ ਕੋਈ ਭਾਈਵਾਲੀ ਹੋ ਸਕਦੀ ਹੈ, ਐਨਡੀਏ ਦੇ ਵਿੱਚ ਅਕਾਲੀ ਦਲ ਆ ਸਕਦਾ ਹੈ ਕਿ ਜਿਹੜਾ ਹੁਣ ਮੁੜ ਕੇ ਕਦੇ ਨਹੀਂ ਨਾਲ ਲੈਣਗੇ ਭਾਜਪਾ ਵਾਲੇ। ਨਹੀਂ, ਅਸੀਂ ਤਾਂ ਕੱਢੇ ਹੀ ਨਹੀਂ, ਆਪੇ ਗਏ ਨੇ। ਜੇ ਜੀ ਕਰੂਗਾ ਜੇ ਕੱਲ ਨੂੰ ਕਹਿਣਗੇ ਕਿ ਅਸੀਂ ਵਾਪਸ ਆਉਣਾ ਜਾਂ ਸਾਨੂੰ ਫੇਰ ਆਪਣੇ ਨਾਲ ਰੱਖ ਲਓ ਤਾਂ ਕਿਵੇਂ? ਨਹੀਂ, ਸਾਨੂੰ ਚਲੋ ਅਸੀਂ ਦੇਖੋ ਪੰਜਾਬ ਦੇ ਵਿੱਚ ਇਹ ਜਿਹੜੀ ਭਾਈਵਾਲੀ ਹੈ ਉਹਦੇ ਬੜੇ ਮਾਅਨੇ ਨੇ, ਜਿਸ ਕਰਕੇ ਇਹ ਸ਼ੁਰੂ ਹੋਈ ਸੀ। ਕਿਉਂਕਿ ਅਸੀਂ ਜਿਹੜੀ ਸਾਡੀ ਭਾਈਚਾਰਾ ਹੈਗਾ ਇਹਦੀਆਂ ਬੜੀਆਂ ਕੰਸੀਡਰੇਸ਼ਨ ਨੇ, ਇਕੱਲੇ ਪੋਲੀਟੀਕਲ ਨਹੀਂ ਹੈਗਾ। ਕਿਉਂਕਿ ਸਾਡੇ ਜੋ ਅਸੀਂ ਤਾਂ ਖੈਰ ਮਿਲੀਟੈਂਸੀ ਵੀ ਦੇਖੀ ਹੈ, ਉਹ ਮਤਲਬ ਸਾਨੂੰ ਲੋੜ ਹੈ ਇੱਕ ਦੂਸਰੇ ਦੀ। ਔਰ ਜਿਹੜੀ ਸਾਡਾ ਤੰਦ ਤਾਣੀ ਇੰਨੀ ਸਾਡੀ ਅੱਛੀ ਬਣੀ ਹੋਈ ਹੈਗੀ ਹੈ, ਉਹ ਨਹੀਂ ਮਤਲਬ ਉਹ ਵੱਖ ਨਹੀਂ ਹੋ ਸਕਦੀ। ਬਾਕੀ ਇਹ ਪੋਲੀਟੀਕਲ ਕੰਪਲਸ਼ਨ ਟਾਈਮ ਟੂ ਟਾਈਮ ਬਣ ਜਾਂਦੀਆਂ ਨੇ, ਪਰ ਸਾਨੂੰ ਕੋਈ ਇਤਰਾਜ਼ ਨਹੀਂ। ਆਣਾ ਚਾਹਣਗੇ ਆ ਜਾਣ। ਸਾਨੂੰ ਸ਼ੁਕਰੀਆ ਜਾਨੀ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਹੈ ਸਰ, ਥੈਂਕ ਯੂ, ਥੈਂਕਸ ਅ ਲੋਟ।